स्वामी सरन पर्यो दरबारे, कोट अपराध खंडन के दाते, तुझ बिन कौन उधारे। परम सन्मानियो गुरु रूप गुरु खालसा साध संगत जी, वाहिगुरु जी का खालसा वाहिगुरु जी की फतेह। तखत श्री हजूर साहब ਦੇ ਦਰਸ਼ਨਾਂ ਨੂੰ ਆਏ ਹੋਏ ਕਈ ਸ਼ੰਕਾਵਾਦੀ ਸੱਜਣ ਇਉਂ ਆਖਦੇ ਹਨ ਕਿ ਗੁਰੂ ਸਾਹਿਬ ਜੀ ਨੇ ਕਿੱਥੇ ਲਿਖਿਆ ਹੈ ਕਿ ਅੰਦਰ ਦਾ ਹੈੱਡ ਪੁਜਾਰੀ ਵੈ ਜਥੇਦਾਰ ਬ੍ਰਹਮਚਾਰੀ ਹੋਵੇ। ਸੋ ਸਾਧ ਸੰਗਤ ਜੀਓ, ਇਹਦੇ ਬਾਰੇ ਵੀ ਮਿਲ ਕੇ ਵਿਚਾਰ ਕਰੀਏ ਕਿ ਗੁਰੂ ਸਾਹਿਬ ਜੀ ਨੇ ਤਖਤ ਸਾਹਿਬ ਦੇ ਜਥੇਦਾਰ ਬ੍ਰਹਮਚਾਰੀ ਰਹਿਣ ਦਾ ਕਦੋਂ ਹੁਕਮ ਦਿੱਤਾ ਸੀ। ਸੋ ਪਿਆਰੀ ਸਾਧ ਸੰਗਤ ਜੀ, ਜਿਸ ਵਕਤ ਦਸ਼ਮੇਸ਼ ਪਿਤਾ ਜੀ ਪਟਨਾ ਸਾਹਿਬ ਤੋਂ ਹੁੰਦੇ ਹੋਏ ਸ਼੍ਰੀ ਅਨੰਦਪੁਰ ਸਾਹਿਬ ਆਏ, ਉੱਥੇ ਜ਼ਿਆਦਾ ਫੌਜਾਂ ਹੋਣ ਕਰਕੇ ਹਰ ਇੱਕ ਪਲਟਨ ਦਾ ਅੱਡ-ਅੱਡ ਜਥੇਦਾਰ ਥਾਪਿਆ ਸੀ। ਉੱਥੋਂ ਮਹਾਰਾਜ ਜੀ ਚੱਲ ਕੇ ਸ਼੍ਰੀ ਚਮਕੌਰ ਸਾਹਿਬ ਤੋਂ ਹੁੰਦੇ ਹੋਏ ਸਾਬੋ ਕੀ ਤਲਵੰਡੀ ਤੋਂ ਸ਼੍ਰੀ ਨੰਦੇੜ ਸਾਹਿਬ ਆਏ ਤੇ ਇੱਥੇ ਆ ਕੇ ਨਿਵਾਸ ਕੀਤਾ। ਇੱਥੇ ਪਹਿਲਾਂ ਜਥੇਦਾਰ ਸਰਬਤ ਖਾਲਸੇ ਦਾ ਬੰਦੇ ਬਹਾਦਰ ਨੂੰ ਥਾਪਿਆ ਤੇ ਬਣਾਇਆ ਤੇ ਇਹ ਨਸੀਹਤਾਂ ਤੇ ਸਿੱਖਿਆਵਾਂ ਦਿੱਤੀਆਂ, ਜਿਨ੍ਹਾਂ ਵਿੱਚੋਂ ਇੱਕ ਇਹ ਵੀ ਸਿੱਖਿਆ ਸੀ, ਜਤੀ ਸਤੀ ਰਹੀ ਪਾਲੀ ਜੋਗ ਭਾਈ, ਲਈ ਭੁੱਲ ਵਿਆਹ ਨਾ ਨਾਰ ਬੰਦੇ। ਸਾਧ ਸੰਗਤ ਜੀਓ, ਇਹ ਹੁਕਮ ਇਸੇ ਤਖਤ ਸ਼੍ਰੀ ਹਜੂਰ ਸਾਹਿਬ ਤੇ ਹੀ ਜਥੇਦਾਰ ਥਾਪਣ ਦੇ ਟਾਈਮ ਮਹਾਰਾਜ ਜੀ ਨੇ ਦਿੱਤਾ ਸੀ। ਸੋ ਸ਼ੰਕਾਵਾਦੀ ਸੱਜਣ ਇਤਿਹਾਸ, ਗੁਰ ਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਅਤੇ ਬਾਬਾ ਬੰਦਾ ਬਹਾਦਰ ਪੜ੍ਹ ਕੇ ਵੇਖਣ। ਜਦ ਤੱਕ ਦਸ਼ਮੇਸ਼ ਪਿਤਾ ਜੀ ਦੀ ਸਿੱਖਿਆ ਤੇ ਕਾਇਮ ਰਹੇ, ਤਦ ਤੱਕ ਜਤ ਸਤ ਕਾਇਮ ਰਹਿਆ। ਕਿਸ ਤਰ੍ਹਾਂ ਫਤਿਹ ਹੱਥ ਜੋੜੀ ਖੜੀ ਰਹਿੰਦੀ ਰਹੀ, ਔਰ ਜਦੋਂ ਵਿਆਹ ਕਰਾ ਲਿਆ ਉਸ ਤੋਂ ਬਾਅਦ ਬੰਦੇ ਬਹਾਦਰ ਦਾ ਕੀ ਹਾਲ ਹੋਇਆ, ਉਹ ਵੀ ਸ਼ੰਕਾਵਾਦੀ ਸੱਜਣ ਇਤਿਹਾਸ ਤੋਂ ਦੇਖ ਸਕਦੇ ਹਨ। ਕਈ ਲੋਕ ਇਹ ਪ੍ਰਸ਼ਨ ਵੀ ਕਰਦੇ ਹਨ, ਇਸ ਹੁਕਮ ਦੀ ਪਾਲਣਾ ਹੋਰ ਤਖਤਾਂ ਦੇ ਜਥੇਦਾਰ ਤੇ ਇਤਿਹਾਸਿਕ ਗੁਰਦੁਆਰਿਆਂ ਦੇ ਜਥੇਦਾਰ ਕਿਉਂ ਨਹੀਂ ਕਰਦੇ। ਸੋ ਇਸ ਦਾ ਉੱਤਰ ਇਹ ਹੈ, ਸਮਰੱਥ ਗੁਰੂ ਸਿਰ ਹੱਥ ਧਰਿਓ। ਇਹ ਦਾਅ ਇਹ ਹੈ ਕਿ ਸਾਨੂੰ ਸਤਿਗੁਰਾਂ ਦੀ ਮਹਾਨ ਕਿਰਪਾ ਦੁਆਰਾ ਤੀਰਥ ਯਾਤਰਾ ਕਰਨ ਦਾ ਅਵਸਰ ਪ੍ਰਾਪਤ ਹੋਇਆ ਸੀ। ਤਖਤ ਸ਼੍ਰੀ ਹਜੂਰ ਸਾਹਿਬ ਤੋਂ ਜਿਸ ਵਕਤ ਅਸੀਂ ਪਟਨਾ ਸਾਹਿਬ ਪੁੱਜੇ, ਤਖਤ ਸਾਹਿਬ ਤੇ ਮੱਥਾ ਟੇਕ ਕੇ ਦਰਸ਼ਨ ਦੀਦਾਰੇ ਕਰਕੇ ਉੱਥੋਂ ਗੁਰਦੁਆਰਾ ਬਾਲ ਲੀਲਾ ਸਾਹਿਬ ਦਰਸ਼ਨਾਂ ਨੂੰ ਹਾਜ਼ਰ ਹੋਏ। ਮੱਥਾ ਟੇਕ ਕੇ ਦਰਸ਼ਨ ਦੀਦਾਰੇ ਉਪਰੰਤ ਵੇਖਿਆ ਕਿ ਉੱਥੇ ਤਲੇ ਹੋਏ ਛੋਲੇ ਪੂਰੀਆਂ ਦਾ ਭੋਗ ਲੱਗਦਾ ਸੀ। ਉਹੀ ਪ੍ਰਸ਼ਾਦ ਵਰਤਾਇਆ ਜਾਂਦਾ ਸੀ, ਔਰ ਇਸ ਪ੍ਰਸ਼ਾਦ ਵਾਸਤੇ ਮਹਾਰਾਜ ਜੀ ਦਾ ਹੁਕਮ ਸੀ ਕਿ ਇਹ ਪ੍ਰਸ਼ਾਦ ਸਮੇਂ ਪੰਗਤ ਵਿੱਚ ਹਾਜ਼ਰ ਹੋ ਕੇ ਮੈਂ ਬਾਲ ਰੂਪ ਵਿੱਚ ਪ੍ਰਸ਼ਾਦ ਲਊਂਗਾ ਔਰ ਛਕਾਂਗਾ। ਸੋ ਸ਼ੰਕਾਵਾਦੀ ਸੱਜਣੋ, ਤਲੇ ਹੋਏ ਛੋਲੇ ਪੂਰੀਆਂ ਦਾ ਹੁਕਮ ਮਹਾਰਾਜ ਜੀ ਨੇ ਸ਼੍ਰੀ ਪਟਨੇ ਸਾਹਿਬ ਗੁਰਦੁਆਰਾ ਬਾਲ ਲੀਲਾ ਦਿੱਤਾ ਸੀ। ਸੋ ਸਾਧ ਸੰਗਤ ਜੀ, ਇਹ ਗੱਲ ਸੋਚਣ ਵਾਲੀ ਹੈ ਕਿ ਤਲੇ ਹੋਏ ਛੋਲੇ ਪੂਰੀਆਂ ਦਾ ਹੁਕਮ ਮਹਾਰਾਜ ਜੀ ਨੇ ਸ਼੍ਰੀ ਪਟਨਾ ਸਾਹਿਬ ਹੀ ਕਿਉਂ ਲਗਾਇਆ। ਇਹ ਹੁਕਮ ਸਾਰੇ ਇਤਿਹਾਸਿਕ ਗੁਰਦੁਆਰੇ ਤੇ ਚਾਰੇ ਤਖਤਾਂ ਤੇ ਕਿਉਂ ਨਹੀਂ ਵਰਤਾਇਆ ਜਾਂਦਾ। ਜਿਸ ਪ੍ਰਸ਼ਾਦ ਤੇ ਮਹਾਰਾਜ ਜੀ ਦੀ ਇਤਨੀ ਖੁਸ਼ੀ ਹੈ ਕਿ ਵਾਅਦਾ ਕਰਦੇ ਹਨ ਤੇ ਬਚਨ ਦਿੰਦੇ ਹਨ ਕਿ ਇਹ ਪ੍ਰਸ਼ਾਦ ਵਰਤਣ ਸਮੇਂ ਚਾਹੇ ਮੈਂ ਅਨੰਦਪੁਰ ਹੋਵਾਂ, ਚਾਹੇ ਦਮਦਮੇ ਹੋਵਾਂ, ਚਾਹੇ ਹਜੂਰ ਸਾਹਿਬ ਹੋਵਾਂ, ਚਾਹੇ ਮੈਂ ਸੱਚਖੰਡ ਵਿੱਚ ਹੋਵਾਂ, ਇਹ ਪ੍ਰਸ਼ਾਦ ਦੇ ਟਾਈਮ ਜ਼ਰੂਰ ਪਟਨਾ ਸਾਹਿਬ ਬਾਲ ਲੀਲਾ ਵਿੱਚ ਆ ਕੇ ਬਾਲਕ ਰੂਪ ਵਿੱਚ ਪ੍ਰਸ਼ਾਦ ਲੈਣ ਲਈ ਮੇਰੀ ਅਖੰਡ ਹਾਜ਼ਰੀ ਰਹੇਗੀ। ਸੋ ਸਾਧ ਸੰਗਤ ਜੀਓ, ਜਿਸ ਤਰ੍ਹਾਂ ਗੁਰਦੁਆਰਾ ਸਾਹਿਬ ਬਾਲ ਲੀਲਾ ਤੋਂ ਜੋ ਹੁਕਮ ਦਸ਼ਮੇਸ਼ ਪਿਤਾ ਜੀ ਨੇ ਕੀਤਾ ਸੀ, ਉਸ ਹੁਕਮ ਦੀ ਮਾਨਤਾ ਵੈ ਪਾਲਣਾ ਪਟਨਾ ਨਿਵਾਸੀ ਸਾਧ ਸੰਗਤ ਉੱਥੇ ਮਹਾਨਤਾ ਵਿਸ਼ੇਸ਼ ਕਰਕੇ ਮਹਾਰਾਜ ਜੀ ਦੇ ਹੁਕਮ ਦਿੱਤੀ ਗਈ ਹੈ। ਸੋ ਸਾਧ ਸੰਗਤ ਜੀਓ, ਇਹ ਸ਼ੰਕਾਵਾਦੀ ਸੱਜਣਾਂ ਨੂੰ ਧਿਆਨ ਦੇ ਕੇ ਸੁਣਨ ਦੀ ਲੋੜ ਹੈ ਤੇ ਦਿਲ ਦਿਮਾਗ ਨਾਲ ਸੋਚਣ ਕਿ ਜਿਸ ਤਰ੍ਹਾਂ ਪਟਨੇ ਸਾਹਿਬ ਬਾਲ ਲੀਲਾ ਦੇ ਗੁਰਦੁਆਰਾ ਸਾਹਿਬ ਮਹਾਰਾਜ ਜੀ ਦੇ ਹੁਕਮ ਅਨੁਸਾਰ ਉਸ ਮਰਿਆਦਾ ਨੂੰ ਹੁਣ ਤੱਕ ਉੱਥੋਂ ਦੀ ਸੰਗਤ ਚਲਾ ਰਹੀ ਹੈ ਔਰ ਮਹਾਰਾਜ ਜੀ ਦੇ ਹੁਕਮ ਸਿਰ ਮੱਥੇ ਮੰਨ ਰਹੇ ਹਨ, ਇਸ ਤਰ੍ਹਾਂ ਤਖਤ ਸ਼੍ਰੀ ਹਜੂਰ ਸਾਹਿਬ ਨਿਵਾਸੀ ਸਾਧ ਸੰਗਤ ਮਹਾਰਾਜ ਜੀ ਦੇ ਉਸ ਹੁਕਮ ਨੂੰ, ਜਿਹੜਾ ਕਿ ਗੁਰੂ ਸਾਹਿਬ ਜੀ ਨੇ ਬੰਦੇ ਬਹਾਦਰ ਨੂੰ ਜਥੇਦਾਰ ਥਾਪਣ ਵਕਤ ਨਸੀਹਤ ਦਿੰਦੇ ਵੈ ਸਿੱਖਿਆ ਦਿੰਦੇ ਹੋਏ ਫਰਮਾਇਆ ਸੀ
ਕਿ ਤਿਆਗੀ ਬੈਰਾਗੀ ਜਤੀ ਸਤੀ ਰਹਿਣਾ ਉਸ ਵਕਤ ਹਾਜ਼ਰੀਨ ਸੰਗਤ ਦੇ ਸਾਹਮਣੇ ਸਿੱਖਿਆ ਦੇ ਕੇ ਜਥੇਦਾਰ ਥਾਪਿਆ ਸੀ। ਉਸ ਤੋਂ ਬਾਅਦ ਤਖਤ ਹਜ਼ੂਰ ਸਾਹਿਬ ਵਸਨੀਕ ਖਾਲਸਾ ਵੈ ਸਾਧ ਸੰਗਤ ਜਦੋਂ ਵੀ ਹੈੱਡ ਪੁਜਾਰੀ ਜਥੇਦਾਰ ਦੀ ਚੋਣ ਕਰਦੇ ਸਨ, ਉਸ ਵਕਤ ਇਹੋ ਜਿਹੇ ਗੁਰਸਿੱਖ ਦੀ ਭਾਲ ਕਰਦੇ ਕਿ ਜਿਹੜਾ ਉਹਨਾਂ ਨਸੀਹਤਾਂ ਤੇ ਸਿੱਖਿਆ ਉੱਪਰ ਚੱਲਣ ਵਾਲਾ ਹੋਵੇ ਜਿਹੜੀਆਂ ਕਿ ਦਸ਼ਮੇਸ਼ ਪਿਤਾ ਜੀ ਨੇ ਬੰਦੇ ਬਹਾਦਰ ਨੂੰ ਜਥੇਦਾਰ ਬਣਾਉਣ ਵਕਤ ਦਿੱਤੀਆਂ ਸੀ। ਸੋ ਸੱਜਣੋ, ਇਹ ਮਰਿਆਦਾ ਤਾਂ ਮਹਾਰਾਜ ਜੀ ਦੇ ਹੁਕਮ ਨਾਲ ਹਜ਼ੂਰ ਸਾਹਿਬ ਨਿਵਾਸੀ ਸਾਧ ਨੇ ਰੱਖੀ ਹੈ। ਆਓ ਇਸ ਉੱਪਰ ਹੋਰ ਵਿਚਾਰ ਕਰੀਏ ਤਾਂ ਕਿ ਸ਼ੰਕਾਵਾਦੀ ਪ੍ਰੇਮੀਆਂ ਨੂੰ ਖਿਆਲ ਨਾ ਰਹੇ ਤੇ ਫੁਰਨਾ ਨਾ ਰਹੇ ਖਾਸ ਹਜ਼ੂਰ ਸਾਹਿਬ ਤੇ ਹੀ ਮਹਾਰਾਜ ਜੀ ਦਾ ਬ੍ਰਹਮਚਾਰੀ ਜਥੇਦਾਰ ਹੋਵੇ, ਹੋਰ ਕਿਧਰੇ ਨਹੀਂ ਹੈ। ਇਹਦੇ ਬਾਰੇ ਵੀ ਸੁਣੋ। ਇੱਕ ਦਫਾ ਅਸੀਂ ਤੀਰਥ ਯਾਤਰਾ ਕਰਦੇ ਹੋਏ ਸ਼੍ਰੀ ਗੋਇੰਦਵਾਲ ਸਾਹਿਬ ਪਹੁੰਚੇ। ਇਸ਼ਨਾਨ ਪਾਣੀ ਕਰਕੇ ਜਦ ਗੁਰਦੁਆਰਾ ਸਾਹਿਬ ਦਰਸ਼ਨਾਂ ਵਾਸਤੇ ਜਾਣ ਲੱਗੇ ਤਾਂ ਉੱਥੇ ਦੇ ਸੇਵਾਦਾਰਾਂ ਨੇ ਦੱਸਿਆ ਕਿ ਪਹਿਲਾਂ ਲੰਗਰ ਪ੍ਰਸ਼ਾਦਾ ਛਕਿਓ, ਫਿਰ ਅੰਦਰ ਜਾਇਓ। ਇਹ ਸਤਿਗੁਰੂ ਅਮਰਦਾਸ ਜੀ ਦਾ ਹੁਕਮ ਹੈ, ਜਿਸ ਤੇ ਸਾਨੂੰ ਲੰਗਰ ਵਿੱਚੋਂ ਪ੍ਰਸ਼ਾਦ ਛਕ ਕੇ ਫਿਰ ਦਰਸ਼ਨਾਂ ਨੂੰ ਹਾਜ਼ਰ ਹੋਏ ਸੀ। ਮੱਥਾ ਟੇਕ ਕੇ ਤੇ ਨਮਸਕਾਰ ਕਰਕੇ ਦਰਸ਼ਨ ਦੀਦਾਰੇ ਕਰਕੇ ਜਦ ਅਸੀਂ ਬਾਹਰ ਜਾਣ ਲੱਗੇ ਤੇ ਉੱਥਾਂ ਦੇ ਸੇਵਾਦਾਰਾਂ ਨੇ ਦੱਸਿਆ ਕਿ ਮਹਾਰਾਜ ਜੀ ਦਾ ਹੁਕਮ ਹੈ ਕਿ ਬੌਲੀ ਸਾਹਿਬ ਵਿੱਚੋਂ 84 ਦਫਾ ਇਸ਼ਨਾਨ ਕਰੇ ਤੇ 84 ਪਾਠ ਸ਼੍ਰੀ ਜਪਜੀ ਸਾਹਿਬ ਦੇ ਪਾਠ ਕਰੇ, ਉਸ ਦੀ ਮੁਕਤੀ ਹੋਏਗੀ ਤੇ ਉਹ ਮੁਕਤ ਹੋ ਜਾਏਗਾ। ਜਦ ਅਸੀਂ ਉੱਥੋਂ ਸ਼੍ਰੀ ਤਰਨ ਤਾਰਨ ਸਾਹਿਬ ਪਹੁੰਚੇ, ਇਸ਼ਨਾਨ ਕਰਕੇ ਦਰਸ਼ਨ ਦੀਦਾਰੇ ਕਰਕੇ ਵਾਪਸ ਜਾਣ ਲੱਗੇ ਤਾਂ ਉੱਥੋਂ ਦੇ ਗ੍ਰੰਥੀ ਸਿੰਘ ਨੇ ਸੁਣਾਇਆ ਤੇ ਦੱਸਿਆ ਕਿ ਇੱਥੇ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਹੁਕਮ ਹੈ ਕਿ ਜਿਹੜਾ ਵੀ ਕੋਹੜੀ ਬਿਮਾਰ ਇੱਕ ਝਾੜੂ ਦੀ ਸੇਵਾ 1 ਸਾਲ ਕਰੇਗਾ, ਉਸਦੇ ਰੋਗ ਕੱਟੇ ਜਾਣਗੇ, ਉਹ ਨਵਾਂ ਨਿਰੋਆ ਹੋ ਜਾਏਗਾ। ਜਿਹੜਾ ਵੀ ਮੱਸਿਆ ਵਾਲੇ ਦਿਨ ਦਰਸ਼ਨ ਇਸ਼ਨਾਨ ਕਰੇਗਾ, ਉਸ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ। ਸੋ ਸ਼ੰਕਾਵਾਦੀ ਸੱਜਣੋ ਤੇ ਪ੍ਰੇਮੀਓ, ਇੱਥੇ ਤਰਨ ਤਾਰਨ ਸਾਹਿਬ ਸ਼੍ਰੀ ਗੋਇੰਦਵਾਲ ਸਾਹਿਬ ਵਾਲੀ ਮਰਿਆਦਾ ਤੇ ਹੁਕਮ, ਗੁਰੂ ਜੀ ਦੇ ਲੰਗਰ ਤੋਂ ਪ੍ਰਸ਼ਾਦਾ ਛਕਣ ਤੋਂ ਬਾਅਦ ਦਰਸ਼ਨ ਦਾ, 84 ਪਾਠ ਸ਼੍ਰੀ ਜਪਜੀ ਸਾਹਿਬ ਦੇ ਕਰਨ ਦਾ ਹੁਕਮ ਇੱਥੇ ਹਜ਼ੂਰ ਸਾਹਿਬ ਦੇ ਗੁਰਦੁਆਰਿਆਂ ਵਿੱਚ ਕਿਉਂ ਨਹੀਂ? ਸੋ ਜਿਸ ਜਗ੍ਹਾ ਗੁਰੂ ਸਾਹਿਬ ਜੀ ਨੇ ਜਿਸ ਤਰ੍ਹਾਂ ਦਾ ਹੁਕਮ ਕੀਤਾ ਹੈ, ਉਸ ਸਥਾਨ ਤੇ ਸਰਬੱਤ ਖਾਲਸਾ ਤੇ ਸਰਬੱਤ ਸਾਧ ਸੰਗਤ ਪਾਲਣਾ ਕਰਦੀ ਚਲੀ ਆ ਰਹੀ ਹੈ। ਫਿਰ ਉੱਥੋਂ ਅਸੀਂ ਸ਼੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨਾਂ ਨੂੰ ਹਾਜ਼ਰ ਹੋਏ। ਉੱਥੇ ਇਹ ਦੋਵੇਂ ਸਥਾਨ ਵਾਲਾ ਹੁਕਮ ਨਹੀਂ ਸੀ। ਉੱਥੇ ਗੁਰੂ ਸਾਹਿਬ ਜੀ ਦਾ ਇਹ ਹੁਕਮ ਸੀ, ਸੰਤੋ ਰਾਮਦਾਸ ਸਰੋਵਰ ਨੀਕਾ, ਜੋ ਨਾਵੈ ਸੋ ਕੁਲ ਤਰਾਵੈ, ਉਧਾਰ ਹੋਆ ਹੈ ਜੀ ਕਾ। ਦਸ਼ਮੇਸ਼ ਪਿਤਾ ਜੀ ਆਪਣੀ ਮੁੱਖ ਬਾਣੀ 10 ਸਵਈਆਂ ਵਿੱਚ ਇਉਂ ਫਰਮਾਉਂਦੇ ਹਨ, ਸਾਚ ਕਹੋ ਸੁਨ ਲੇਹੋ ਸਭ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸਾਧ ਸੰਗਤ ਜੀਓ, ਸੁਣਨ ਵਿੱਚ ਆਇਆ ਹੈ ਕਿ ਗੁਰੂ ਸਾਹਿਬ ਜੀ ਦੇ 5 ਪਿਆਰੇ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਆਦਿਕ ਬ੍ਰਹਮਚਾਰੀ ਹੋਏ ਹਨ, ਕਿਉਂਕਿ ਜਿਸ ਦਿਨ ਤੋਂ ਉਹਨਾਂ ਨੇ ਸੀਸ ਭੇਟਾ ਕੀਤਾ ਸੀ, ਉਸ ਤੋਂ ਬਾਅਦ ਕੋਈ ਪ੍ਰਸੰਗ ਸੁਣਨ ਵਿੱਚ ਨਹੀਂ ਆਇਆ ਕਿ ਉਹ ਘਰ ਵਾਪਸ ਆਏ, ਆਪਣੇ ਪਰਿਵਾਰ ਨੂੰ ਮਿਲੇ ਜਾਂ ਉਹਨਾਂ ਦਾ ਪਰਿਵਾਰ ਗੁਰੂ ਸਾਹਿਬ ਪਾਸ ਦਰਸ਼ਨਾਂ ਨੂੰ ਆਇਆ। ਅਗਰ 5 ਪਿਆਰੇ ਗ੍ਰਸਤੀ ਹੁੰਦੇ ਤਾਂ ਗੁਰੂ ਸਾਹਿਬ ਜ਼ਰੂਰ ਆਗਿਆ ਦਿੰਦੇ ਕਿ ਜਾਓ ਆਪਣੇ ਪਰਿਵਾਰ ਦੀ ਖਬਰ ਲੈ ਲਓ ਤੇ ਮਿਲ ਆਓ। 5 ਪਿਆਰਿਆਂ ਨੂੰ ਇਤਨੀ ਫੁਰਸਤ ਨਹੀਂ ਸੀ ਜੋ ਕਿ ਉਹ ਘਰ-ਬਾਰ ਦੀ ਖਬਰ ਲੈਂਦੇ, ਕਿਉਂਕਿ ਪੂਰੇ ਅਨੰਦਪੁਰ ਸਾਹਿਬ ਦੇ ਇਤਿਹਾਸ ਉਹਨਾਂ ਹੱਥ ਸੀ। ਇਸ ਤਰ੍ਹਾਂ ਤਖਤ ਹਜ਼ੂਰ ਸਾਹਿਬ ਦੇ ਹੈੱਡ ਪੁਜਾਰੀ ਨੂੰ ਹੋਰ ਕੰਮ ਕਰਨ ਦੀ ਫੁਰਸਤ ਨਹੀਂ ਹੈ। ਇਸੇ ਵਾਸਤੇ ਹਜ਼ੂਰ ਸਾਹਿਬ ਨਿਵਾਸੀ ਖਾਲਸਾ ਤੇ ਸਰਬੱਤ ਸਾਧ ਸੰਗਤ ਐਸੇ ਹੀ ਧਾਰਮਿਕ ਜੀਵਨ ਬਿਤਾਣੇ ਵਾਲੇ ਦੀ ਚੋਣ ਕਰਦੇ ਹਨ, ਜਿਸ ਨੂੰ ਕਿ ਸੇਵਾ ਸਿਮਰਨ ਤੋਂ ਬਿਨਾਂ ਕਿਸੇ ਤਰਫ ਦਾ ਖਿਆਲ ਨਾ ਹੋਵੇ। ਸੋਚਣਾ ਚਾਹੀਦਾ ਹੈ ਕਿ ਗੁਰੂ ਨਾਨਕ ਨਿਰੰਕਾਰ ਜੀ ਦੇ ਤੇ ਦਸ਼ਮੇਸ਼ ਪਿਤਾ ਜੀ ਦੇ 60 ਲੱਖ ਖਾਲਸੇ ਵਿੱਚੋਂ 60 ਵੀ ਬ੍ਰਹਮਚਾਰੀ ਤੇ ਜਤੀ ਨਹੀਂ ਮਿਲਣਗੇ। ਕਿਤਨੀ ਢੈਂਦੀ ਗੱਲਾਂ ਦੀ ਦਲੀਲ ਹੈ। ਸੋ ਸਾਧ ਸੰਗਤ ਜੀ, ਇਹ ਸ਼ੰਕਾਵਾਦੀ ਸੱਜਣ ਕਿਸ ਤਰ੍ਹਾਂ ਕਹਿੰਦੇ ਹਨ, ਅੰਦਰਲਾ ਪੁਜਾਰੀ ਤੇ ਮੀਤ ਪੁਜਾਰੀ ਜਥੇਦਾਰ ਜਤੀ ਤੇ ਬ੍ਰਹਮਚਾਰੀ ਹੋਵੇ, ਕਿੱਥੇ ਲਿਖਿਆ ਹੈ? ਪ੍ਰੇਮੀ ਇਸ ਪ੍ਰਸੰਗ ਵਿੱਚ ਦੇਖ ਸਕਦੇ ਹਨ। ਸੋ ਸਾਧ ਸੰਗਤ ਜੀਓ,
ਇਹ ਸ਼ੰਕਾਵਾਦੀ ਸੱਜਣ ਜਿਹੜੇ ਕਹਿੰਦੇ ਹਨ ਕਿ ਬ੍ਰਹਮਚਾਰੀ ਪੁਜਾਰੀ ਹੋਣ ਦੀ ਕੀ ਜ਼ਰੂਰਤ ਹੈ, ਸੋ ਇਹਨਾਂ ਦਾ ਭਾਵ ਇਹ ਹੈ ਕਿ ਬਹੁਤ ਕਠਿਨ ਕੰਮ ਹੈ ਤਾਂ ਕਹਿ ਦਈਏ ਕਿ ਇਹਦੀ ਜ਼ਰੂਰਤ ਨਹੀਂ ਹੈ। ਇਹ ਜੋ ਸ਼ੰਕਾਵਾਦੀ ਬਾਰੇ ਭਾਈ ਗੁਰਦਾਸ ਜੀ ਨੇ ਆਪਣੇ ਬਾਣੀ ਕਵਿਤਾ ਵਿੱਚ ਇਉਂ ਵਰਣਨ ਕੀਤਾ ਹੈ: ਗਿੱਦੜ ਦਾਖ ਨਾ ਆਪੜਾ, ਆਖੈ ਥੂ ਕੌੜੀ, ਨੱਚਣ ਨੱਚ ਨਾ ਜਾਣਈ, ਆਖੈ ਭੋਏ ਸਿਉੜੀ, ਬੋਲੇ ਅੱਗੇ ਗਾਵੀਐ, ਭੈਰੋ ਸੋ ਗੌੜੀ। ਸੋ ਸਾਧ ਸੰਗਤ ਜੀ, ਦਾਸ ਨੂੰ ਉਮੀਦ ਹੈ ਕਿ ਆਪ ਜੀ ਦੀ ਸ਼ੰਕਾ ਦੂਰ ਹੋ ਗਈ ਹੋਵੇਗੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।